ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਗੱਲਬਾਤ ਕਰਦੇ ਹਾਂ ਨਾਦਰ ਸ਼ਾਹ ਦੁਰਾਨੀ ਕੌਣ ਸੀ। ਨਾਦਰ ਸ਼ਾਹ ਦੁਰਾਨੀ ਦਿੱਲੀ ਦਾ ਕਤਲੇਆਮ ਕਰਨ ਤੋਂ ਬਾਅਦ, ਦਿੱਲੀ ਦੀ ਲੁੱਟ ਖਸੁੱਟ ਕਰਨ ਤੋਂ ਬਾਅਦ ਜਦੋਂ ਪੰਜਾਬ ਦੀ ਹੁੰਦਾ ਹੋਇਆ ਅਫਗਾਨਿਸਤਾਨ ਨੂੰ ਜਾਣਾ ਚਾਹੁੰਦਾ ਸੀ ਤੇ ਉਸ ਦਾ ਰਸਤਾ ਰੋਕਣ ਵਾਲੇ ਸਿੱਖ ਕਿਸ ਤਰੀਕੇ ਨਾਲ ਉਸ ਦਾ ਰਸਤਾ ਰੋਕਦੇ ਸੀਗੇ, ਉਸ ਤੇ ਸਾਰੀ ਗੱਲਬਾਤ ਕਰਾਂਗੇ ਅੱਜ। ਨਾਦਰ ਸ਼ਾਹ ਦੁਰਾਨੀ ਈਰਾਨ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਜੰਮਦਾ ਆ ਤਾਂ ਉਸ ਦਾ ਪਿਓ ਜਿਹੜਾ ਇੱਕ ਆਲਰੇਡੀ ਕਿਲੇ ਦਾ ਮਾਲਕ ਆ ਤੇ ਕਿਲੇ ਦੇ ਵਿੱਚ ਜਦੋਂ ਉਹਦੀ ਮੌਤ ਹੋ ਜਾਂਦੀ ਆ ਤਾਂ ਨਾਦਰ ਸ਼ਾਹ ਦੁਰਾਨੀ ਦਾ ਚਾਚਾ ਕਿਲਾ ਜਿਹੜਾ ਆ ਉਹ ਮੱਲ ਲੈਂਦਾ ਆ ਤੇ ਨਾਦਰ ਸ਼ਾਹ ਦੁਰਾਨੀ ਬਚਪਨ ਵੇਲੇ ਹੀ ਉਹ ਕਿਲਾ ਛੱਡ ਕੇ ਭੱਜ ਜਾਂਦਾ ਆ। ਤਾਂ ਨਾਦਰ ਸ਼ਾਹ ਦੁਰਾਨੀ ਬਹੁਤ ਹੀ ਗਰੀਬੀ ਭਰਿਆ ਜੀਵਨ ਜਿਹੜਾ ਆ ਉਹ ਬਤੀਤ ਕਰਦਾ ਹੈ। ਉਸ ਤੋਂ ਬਾਅਦ ਤਾਂ ਉਹਨੂੰ ਭੇਡਾਂ ਤੱਕ ਵੀ ਚਾਰਨੀਆਂ ਪਈਆਂ। ਭੇਡਾਂ ਚਾਰਦੇ ਨੇ ਇੱਕ ਆਪਣਾ ਲੁਟੇਰਿਆਂ ਦਾ ਗਰੋਹ ਬਣਾਇਆ ਤਾਂ ਹੌਲੀ ਹੌਲੀ ਉਸ ਗਰੋਹ ਨੂੰ ਉਹਨੇ ਕਾਫਲੇ ਦੇ ਰੂਪ ਵਿੱਚ ਵੱਡਾ ਕੀਤਾ। ਵੱਡਾ ਕਰਨ ਤੋਂ ਬਾਅਦ ਉਹਨੇ ਜਦੋਂ ਆਪਣੇ ਚਾਚੇ ਦੇ ਉੱਪਰ ਪਹਿਲਾ ਹਮਲਾ ਕੀਤਾ, ਆਪਣਾ ਕਿਲਾ ਜਿੱਤਣ ਵਾਸਤੇ, ਜਿਹੜਾ ਉਸਦੇ ਪਿਓ ਦਾ ਕਿਲਾ ਉਸਦੇ ਚਾਚੇ ਨੇ ਨੱਪਿਆ ਹੋਇਆ ਸੀ, ਉਸ ਨੂੰ ਦੁਬਾਰਾ ਜਿੱਤਿਆ ਤੇ ਆਪਣੇ ਚਾਚੇ ਦਾ ਉੱਥੇ ਕਤਲ ਕੀਤਾ। ਤਾਂ ਈਰਾਨ ਦੇ ਬਾਦਸ਼ਾਹ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਈਰਾਨ ਦੇ ਬਾਦਸ਼ਾਹ ਨੇ ਨਾਦਰ ਸ਼ਾਹ ਦੁਰਾਨੀ ਨੂੰ ਆਪਣੇ ਕੋਲ ਸੱਦ ਕੇ ਤਾਂ ਨਾਦਰ ਸ਼ਾਹ ਦੁਰਾਨੀ ਨੂੰ ਸਰਦਾਰੀ ਬਖਸ਼ ਦਿੱਤੀ ਗਈ। ਤਾਂ ਨਾਦਰ ਸ਼ਾਹ ਦੁਰਾਨੀ ਜਦੋਂ ਬਾਦਸ਼ਾਹ ਬਣ ਜਾਂਦਾ ਆ, ਸਰਦਾਰੀ ਮਿਲ ਜਾਂਦੀ ਹੈ ਨਾਦਰ ਸ਼ਾਹ ਦੁਰਾਨੀ ਨੂੰ। ਤਾਂ ਇੱਕ ਗੱਲ ਇਹਦੇ ਵਿੱਚ ਹੋਰ ਤੁਹਾਨੂੰ ਮੈਂ ਦੱਸ ਦਿਆਂ ਕਿ ਰੂਸ ਕੋਲ ਈਰਾਨ ਦਾ ਇਲਾਕਾ ਪਹਿਲਾਂ ਤੋਂ ਨੱਪਿਆ ਹੋਇਆ ਸੀ, ਪਰ ਜਦੋਂ ਰੂਸ ਨੂੰ ਪਤਾ ਲੱਗਦਾ ਇਸ ਗੱਲ ਦਾ ਕਿ ਨਾਦਰ ਸ਼ਾਹ ਦੁਰਾਨੀ ਇੱਕ ਬਹੁਤ ਹੀ ਜ਼ਿਆਦਾ ਜ਼ਾਲਮ ਤੇ ਵੱਡੀ ਫੌਜ ਵਾਲਾ ਬਾਦਸ਼ਾਹ ਬਣ ਚੁੱਕਾ ਹੈ, ਤਾਂ ਉਹਨੇ ਸਹਿਮਤੀ ਦੇ ਨਾਲ ਨਾਦਰ ਸ਼ਾਹ ਦੁਰਾਨੀ ਨੂੰ ਉਸ ਦਾ ਬਣਦਾ ਈਰਾਨ ਦਾ ਇਲਾਕਾ ਵਾਪਸ ਕਰ ਦਿੱਤਾ। ਤਾਂ ਜਦੋਂ ਨਾਦਰ ਸ਼ਾਹ ਦੁਰਾਨੀ ਰੂਸ ਦਾ ਇਲਾਕਾ ਵੀ ਵਾਪਸ ਆਪਣੇ ਈਰਾਨ ਦੇ ਵਿੱਚ ਮਿਲਾ ਲੈਂਦਾ ਆ ਤਾਂ ਛੋਟੇ ਛੋਟੇ ਹੋਰ ਟਾਪੂ ਤੇ ਅਫਗਾਨਿਸਤਾਨ ਨੂੰ ਜਿੱਤਣਾ, ਉਸ ਤੋਂ ਬਾਅਦ ਬਾਦਸ਼ਾਹ ਬਣ ਜਾਣਾ। ਉਸ ਤੋਂ ਬਾਅਦ ਨਾਦਰ ਸ਼ਾਹ ਦੁਰਾਨੀ ਦੇ ਜ਼ਿਹਨ ਦੇ ਵਿੱਚ ਗੱਲ ਆਉਣੀ ਕਿ ਹੁਣ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਜਾਵੇ ਤੇ ਹਿੰਦੁਸਤਾਨ ਨੂੰ ਜਿੱਤਿਆ ਜਾਵੇ, ਹਿੰਦੁਸਤਾਨ ਦੀ ਲੁੱਟ ਖਸੁੱਟ ਕੀਤੀ ਜਾਵੇ। ਤਾਂ ਨਾਦਰ ਸ਼ਾਹ ਦੁਰਾਨੀ ਲਾਹੌਰ ਥਾਣੀ ਹੁੰਦਾ ਹੋਇਆ ਜਦੋਂ ਦਿੱਲੀ ਜਾਣਾ ਚਾਹੁੰਦਾ ਹੈ ਤਾਂ ਪਹਿਲਾਂ ਉਸ ਨੂੰ ਜ਼ਕਰੀਆ ਖਾਨ ਰਸਤੇ ਦੇ ਵਿੱਚ ਰੋਕਦਾ ਹੈ। ਜ਼ਕਰੀਆ ਖਾਨ ਮੁਹੰਮਦ ਸ਼ਾਹ ਰੰਗੀਲੇ ਦਾ ਇੱਕ ਸੂਬੇਦਾਰ ਹੈ। ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਹੈ ਤਾਂ ਮੁਹੰਮਦ ਸ਼ਾਹ ਰੰਗੀਲੇ ਦੀ ਰਹਿਨੁਮਾਈ ਦੇ ਵਿੱਚ ਜ਼ਕਰੀਆ ਖਾਨ ਜਿਹੜਾ ਆ ਉਹ ਲਾਹੌਰ ਦਾ ਸੂਬੇਦਾਰ ਹੈ ਤੇ ਕੁਝ ਫੌਜ ਲੈ ਕੇ ਜ਼ਕਰੀਆ ਖਾਨ ਨਾਦਰ ਸ਼ਾਹ ਦੁਰਾਨੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਨਾਦਰ ਸ਼ਾਹ ਦੁਰਾਨੀ ਨੂੰ ਰੋਕ ਨਹੀਂ ਪਾਉਂਦਾ। ਤਾਂ ਜਦੋਂ ਹਾਰ ਜਾਂਦਾ ਹੈ ਤੇ ਉਸੇ ਵੇਲੇ ਆਪਣੀ ਕਿਰਪਾਨ ਸੁੱਟ ਕੇ ਨਾਦਰ ਸ਼ਾਹ ਦੁਰਾਨੀ ਦੇ ਸਾਹਮਣੇ ਪੇਸ਼ ਹੋ ਜਾਂਦਾ ਹੈ। ਜਦੋਂ ਨਾਦਰ ਸ਼ਾਹ ਦੁਰਾਨੀ ਦੇ ਸਾਹਮਣੇ ਪੇਸ਼ ਹੁੰਦਾ ਹੈ ਤੇ ਕੁਝ ਨਜ਼ਰਾਨੇ ਭੇਟ ਕਰਦਾ ਹੈ ਤਾਂ ਨਾਦਰ ਸ਼ਾਹ ਦੁਰਾਨੀ ਆਪਣੀ ਹਕੂਮਤ ਦੇ ਅੰਦਰ ਜ਼ਕਰੀਆ ਖਾਨ ਨੂੰ ਦੁਬਾਰਾ ਲਾਹੌਰ ਦਾ ਸੂਬੇਦਾਰ ਬਣਾ ਦਿੰਦਾ ਹੈ ਤੇ ਉਸ ਦੇ ਕੋਲੋਂ 30,000 ਰੁਪਇਆ ਲੈ ਕੇ ਤਾਂ ਦਿੱਲੀ ਨੂੰ ਰਵਾਨਾ ਹੋ ਜਾਂਦਾ ਹੈ। ਜਦੋਂ ਦਿੱਲੀ ਨੂੰ ਰਵਾਨਾ ਹੁੰਦਾ ਹੈ ਤਾਂ ਮੁਹੰਮਦ ਸ਼ਾਹ ਰੰਗੀਲੇ ਨੂੰ ਜਦੋਂ ਪਤਾ ਲੱਗ ਜਾਂਦਾ ਹੈ ਕਿ ਨਾਦਰ ਸ਼ਾਹ ਦੁਰਾਨੀ ਆਪਣੀਆਂ ਫੌਜਾਂ ਲੈ ਕੇ ਦਿੱਲੀ ਵੱਲ ਆ ਰਿਹਾ ਹੈ ਤਾਂ ਨਾਦਰ ਸ਼ਾਹ ਦੁਰਾਨੀ ਨੂੰ ਰੋਕਣ ਵਾਸਤੇ ਮੁਹੰਮਦ ਸ਼ਾਹ ਰੰਗੀਲਾ 1 ਲੱਖ ਦੀ ਫੌਜ ਦੇ ਕੇ ਕਰਨਾਲ ਦੇ ਕਿਲੇ ਉੱਪਰ ਭੇਜ ਦਿੰਦਾ ਹੈ। ਤਾਂ ਜਦੋਂ ਨਾਦਰ ਸ਼ਾਹ ਦੁਰਾਨੀ 55,000 ਦੀ ਫੌਜ ਲੈ ਕੇ ਕਰਨਾਲ ਦੇ ਵਿੱਚ ਲੜਦਾ ਏ ਤਾਂ ਮੁਹੰਮਦ ਸ਼ਾਹ ਰੰਗੀਲੇ ਦੀ 1 ਲੱਖ ਫੌਜ ਨੂੰ 2 ਘੰਟੇ ਦੇ ਵਿੱਚ 20 ਤੋਂ 30,000 ਬੰਦਾ ਜਦੋਂ ਨਾਦਰ ਸ਼ਾਹ ਦੁਰਾਨੀ ਦੀ ਫੌਜ ਮਾਰਦੀ ਏ ਤਾਂ ਕੁਝ ਡਰ ਜਾਂਦੇ ਨੇ ਤਾਂ ਕੁਝ ਨਾਦਰ ਸ਼ਾਹ ਦੁਰਾਨੀ ਦੀ ਗੁਲਾਮੀ ਮੰਨ ਕੇ ਗੋਡੇ ਟੇਕ ਦਿੰਦੇ ਨੇ। ਤਾਂ ਨਾਦਰ ਸ਼ਾਹ ਦੁਰਾਨੀ ਉੱਥੋਂ ਦਿੱਲੀ ਨੂੰ ਰਵਾਨਾ ਹੁੰਦਾ ਹੈ ਤੇ ਦਿੱਲੀ ਦੇ ਉੱਪਰ ਕਬਜ਼ਾ ਕਰ ਲੈਂਦਾ ਹੈ। ਜਦੋਂ ਦਿੱਲੀ ਦੇ ਉੱਤੇ ਕਾਬਜ ਹੁੰਦਾ ਹੈ ਤੇ ਕਾਬਜ ਹੋਣ ਤੋਂ ਬਾਅਦ ਨਾਦਰ ਸ਼ਾਹ ਦੁਰਾਨੀ ਦੀਆਂ ਫੌਜਾਂ ਜਿਹੜੀਆਂ ਨੇ ਉਹ ਦਿੱਲੀ ਦੀ ਲੁੱਟ ਖਸੁੱਟ ਕਰਦੀਆਂ ਨੇ ਤਾਂ ਮੁਹੰਮਦ ਸ਼ਾਹ ਰੰਗੀਲੇ ਨੂੰ ਨਾਦਰ ਸ਼ਾਹ ਦੁਰਾਨੀ ਕਿਲੇ ਦੇ ਵਿੱਚ ਮਿਲਦਾ ਹੈ ਤਾਂ ਬਾਹਰ ਜਿਹੜੀਆਂ ਫੌਜਾਂ ਹੁੰਦੀਆਂ ਨੇ, ਫੌਜਾਂ ਮੁਹੰਮਦ ਸ਼ਾਹ ਰੰਗੀਲੇ ਦੀਆਂ ਵੀ ਨੇ ਤੇ ਨਾਦਰ ਸ਼ਾਹ ਦੁਰਾਨੀ ਦੀਆਂ ਵੀ ਨੇ। ਉਧਰ ਨਾਦਰ ਸ਼ਾਹ ਦੁਰਾਨੀ ਦੇ ਮਰਨ ਦੀ ਖਬਰ ਜਿਹੜੀ ਆ ਉਹ ਝੂਠੀ
ਖਬਰ ਜਿਹੜੀ ਆ ਉਹ ਦਿੱਲੀ ਦੇ ਵਿੱਚ ਫੈਲ ਜਾਂਦੀ ਆ। ਝੂਠੀ ਖਬਰ ਫੈਲਣ ਤੋਂ ਬਾਅਦ ਨਾਦਰ ਸ਼ਾਹ ਦੁਰਾਨੀ ਦੇ ਸੈਨਿਕਾਂ ਨੂੰ ਦਿੱਲੀ ਦੇ ਲੋਕ ਇੱਟੇ ਰੋੜੇ ਮਾਰਨੇ ਸ਼ੁਰੂ ਕਰ ਦਿੰਦੇ ਨੇ। ਤਾਂ ਜਦੋਂ ਬਾਹਰ ਵੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸ਼ਾਇਦ ਨਾਦਰ ਸ਼ਾਹ ਦੁਰਾਨੀ ਨੂੰ ਮਾਰਨ ਦੀ ਕੋਈ ਸਾਜ਼ਿਸ਼ ਕੱਟੀ ਜਾ ਰਹੀ ਹੈ, ਤਾਂ ਉਹ ਜਾ ਕੇ ਜਦੋਂ ਨਾਦਰ ਸ਼ਾਹ ਦੁਰਾਨੀ ਨੂੰ ਅੰਦਰ ਦੱਸਦੇ ਨੇ, ਤਾਂ ਨਾਦਰ ਸ਼ਾਹ ਦੁਰਾਨੀ ਨੂੰ ਜਦੋਂ ਸਾਰੀ ਗੱਲਬਾਤ ਪਤਾ ਲੱਗਦੀ ਹੈ ਤਾਂ ਨਾਦਰ ਸ਼ਾਹ ਦੁਰਾਨੀ ਆਪਣੀ ਕਿਰਪਾਨ ਕੱਢ ਕੇ ਮੇਜ਼ ਦੇ ਉੱਪਰ ਰੱਖ ਦਿੰਦਾ ਹੈ ਤੇ ਆਪਣੇ ਸੈਨਿਕਾਂ ਨੂੰ ਹੁਕਮ ਕਰਦਾ ਹੈ ਕਿ ਜਦ ਤੱਕ ਮੇਰੀ ਕਿਰਪਾਨ ਦੁਬਾਰਾ ਮਿਆਨ ਦੇ ਵਿੱਚ ਨਹੀਂ ਪੈਂਦੀ ਤਦ ਤੱਕ ਦਿੱਲੀ ਦਾ ਕਤਲੇਆਮ ਬੰਦ ਨਹੀਂ ਹੋਣਾ ਚਾਹੀਦਾ। ਤਾਂ ਉੱਥੇ ਕਹਿੰਦੇ ਨੇ 1 ਲੱਖ ਤੋਂ ਲੈ ਕੇ 3 ਲੱਖ ਦੀ ਗਿਣਤੀ ਦੱਸੀ ਗਈ ਹੈ। ਵੱਖਰੇ ਵੱਖਰੇ ਥਾਵਾਂ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਨਾਲ ਗਿਣਤੀਆਂ ਵੱਧ ਘੱਟ ਦੱਸੀਆਂ ਗਈਆਂ ਨੇ, ਪਰ ਜੇ ਆਪਾਂ 1 ਲੱਖ ਦੀ ਗਿਣਤੀ ਵੀ ਮੰਨ ਲਈਏ ਤਾਂ 1 ਲੱਖ ਦੀ ਗਿਣਤੀ ਵੀ ਦਿੱਲੀ ਦੇ ਵਿੱਚ ਜੇ ਕਿਤੇ 1 ਲੱਖ ਕਤਲੇਆਮ ਹੋਇਆ ਹੋਵੇ ਤਾਂ ਦਿੱਲੀ ਦੀਆਂ ਸੜਕਾਂ ਜਿਹੜੀਆਂ ਆ, ਦਿੱਲੀ ਦੇ ਘਰ ਘਾਟ ਜਿਹੜੇ ਨੇ ਲਹੂ ਦੇ ਨਾਲ ਲੱਤ-ਪੱਤ ਜ਼ਰੂਰ ਹੋਏ ਹੋਣਗੇ। ਤਾਂ ਮੁਹੰਮਦ ਸ਼ਾਹ ਰੰਗੀਲਾ ਜਦੋਂ ਇੰਨਾ ਕਤਲੇਆਮ ਦੇਖਦਾ ਹੈ ਤੇ ਇਸ ਕਤਲੇਆਮ ਨੂੰ ਰੋਕਣ ਵਾਸਤੇ ਮੁਹੰਮਦ ਸ਼ਾਹ ਰੰਗੀਲਾ ਆਪਣੇ ਖਜ਼ਾਨੇ ਦਾ ਮੂੰਹ ਜਿਹੜਾ ਆ ਉਹ ਨਾਦਰ ਸ਼ਾਹ ਦੁਰਾਨੀ ਲਈ ਖੋਲ ਦਿੰਦਾ ਹੈ। ਤਾਂ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ, ਨਾਦਰ ਸ਼ਾਹ ਦੁਰਾਨੀ ਇੱਥੇ ਆਣ ਕੇ ਪਹਿਲਾਂ 2 ਕਰੋੜ ਦੀ ਮੰਗ ਕਰਦਾ ਹੈ, ਉਸ ਤੋਂ ਬਾਅਦ ਇਹਦਾ ਲਾਲਚ ਜਿਹੜਾ ਵੱਧ ਜਾਂਦਾ ਹੈ ਤੇ 20 ਕਰੋੜ ਦੀ ਮੰਗ ਕਰਦਾ ਹੈ। ਫਿਰ ਉੱਥੋਂ ਜਿਹੜਾ ਲੁੱਟ ਖਸੁੱਟ ਕਰਕੇ 30 ਕਰੋੜ ਤੋਂ 70 ਕਰੋੜ ਤੱਕ ਕਹਿੰਦੇ ਇਹਨੇ ਲੁੱਟ ਖਸੁੱਟ ਜਿਹੜੀ ਆ ਦਿੱਲੀ ਦੀ ਕੀਤੀ। ਤਾਂ ਨਾਦਰ ਸ਼ਾਹ ਦੁਰਾਨੀ ਨੂੰ ਜਦੋਂ ਮੁਹੰਮਦ ਸ਼ਾਹ ਰੰਗੀਲਾ ਕੋਹਿਨੂਰ ਹੀਰਾ ਤਖਤੇ ਤਾਊਸ ਆਪਣੀ ਲੜਕੀ ਦਾ ਜਿਹੜਾ ਰਿਸ਼ਤਾ ਆ ਉਹ ਇਸ ਦੇ ਨਾਦਰ ਸ਼ਾਹ ਦੁਰਾਨੀ ਦੇ ਲੜਕੇ ਨਾਲ ਕਰ ਦਿੰਦਾ ਹੈ, ਤਾਂ ਲੜਕੀ ਦਾ ਰਿਸ਼ਤਾ ਹੋਣ ਤੋਂ ਬਾਅਦ ਨਾਦਰ ਸ਼ਾਹ ਦੁਰਾਨੀ ਦਿੱਲੀ ਦਾ ਕਤਲੇਆਮ ਰੋਕ ਦਿੰਦਾ ਹੈ। ਤਾਂ ਵੀ ਕਤਲੇਆਮ ਰੋਕਣ ਤੋਂ ਬਾਅਦ ਵੀ ਨਾਦਰ ਸ਼ਾਹ ਦੁਰਾਨੀ ਉੱਥੋਂ ਦੀਆਂ ਲੜਕੀਆਂ ਜਿਹੜੀਆਂ ਤਾਂ ਹੋਰ ਜਿਹੜੇ ਨੌਜਵਾਨ ਉਹ ਸਾਰੇ ਜਿਹੜੇ ਆ ਉਹ ਕੈਦ ਕਰ ਲੈਂਦਾ ਹੈ। ਕੈਦ ਕਰਨ ਤੋਂ ਬਾਅਦ ਅਨੇਕਾਂ ਊਠ, ਅਨੇਕਾਂ ਘੋੜੇ, ਅਨੇਕਾਂ ਹਾਥੀ, ਤਾਂ ਬਹੁਤ ਜ਼ਿਆਦਾ ਲੁੱਟ ਦਾ ਸਮਾਨ ਆਪਣੇ ਗੱਡਿਆਂ ਦੇ ਉੱਪਰ ਲੱਦ ਲੈਣਾ। ਤਾਂ ਉੱਥੋਂ 4 ਤੋਂ 5 ਮਹੀਨੇ ਤੋਂ ਬਾਅਦ ਦਿੱਲੀ ਤੋਂ ਜਦੋਂ ਰਵਾਨਾ ਹੁੰਦਾ ਹੈ ਤਾਂ ਇਹਦੇ ਮਨ ਦੇ ਵਿੱਚ ਇਹ ਕਥਾਚਿਤ ਵੀ ਗੱਲ ਹੈ ਨਹੀਂ ਸੀ ਕਿ ਜਿਹੜਾ ਮੈਂ ਈਰਾਨ ਤੋਂ ਤੁਰਿਆ ਹੋਇਆ ਆ ਤੇ ਮੇਰੇ ਸਾਹਮਣੇ ਕਿਸੇ ਦੀ ਹਿੰਮਤ ਨਹੀਂ ਪਈ ਖੜ੍ਹਨ ਦੀ, ਤਾਂ ਸ਼ਾਇਦ ਜਾਂਦਿਆਂ ਵਾਰੀ ਵੀ ਮੇਰੇ ਸਾਹਮਣੇ ਕਿਸੇ ਦੀ ਖੜ੍ਹਨ ਦੀ ਹਿੰਮਤ ਨਾ ਪਵੇ। ਪਰ ਇਹ ਸਿੱਖਾਂ ਤੋਂ ਹਜੇ ਵਾਕਬ ਨਹੀਂ ਸੀਗਾ। ਸੋ ਜਦੋਂ ਇਹ ਗੱਲ ਸਿੱਖਾਂ ਨੂੰ ਪਤਾ ਲੱਗਦੀ ਹੈ, ਸਿੰਘਾਂ ਨੂੰ ਪਤਾ ਲੱਗਦੀ ਹੈ, ਸਰਦਾਰਾਂ ਨੂੰ ਪਤਾ ਲੱਗਦੀ ਹੈ, ਤਾਂ ਉਹ ਗੱਲ ਬਾਬਾ ਦੀਪ ਸਿੰਘ ਤੱਕ ਪਹੁੰਚਾਈ ਜਾਂਦੀ ਹੈ। ਜਦੋਂ ਗੱਲ ਸਾਰੀ ਬਾਬਾ ਦੀਪ ਸਿੰਘ ਜੀ ਤੱਕ ਪਹੁੰਚ ਜਾਂਦੀ ਹੈ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਤਿਆਰ ਕਰਦੇ ਨੇ ਤੇ 50-50 ਦੇ ਗਰੁੱਪ ਬਣਾ ਕੇ ਨਾਦਰ ਸ਼ਾਹ ਦੁਰਾਨੀ ਦੀ ਪੰਜਾਬ ਤੋਂ ਲੰਘ ਰਹੀ ਫੌਜ ਦੇ ਉੱਪਰ ਹਮਲਾ ਕਰਦੇ ਨੇ ਤੇ ਰਾਤ ਦੇ 12 ਵਜੇ ਨੇ ਉੱਥੇ। ਪਰ ਕਈ ਭੁਲੱਕੜ ਵੀਰ ਰਾਤ ਦੇ 12 ਵਜਣ ਦਾ ਸਰਦਾਰਾਂ ਦਾ ਮਜ਼ਾਕ ਉਡਾਉਂਦੇ ਨੇ, ਪਰ ਉਹਨਾਂ ਭੁਲੱਕੜਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਰਾਤ ਦੇ 12 ਵਜੇ ਸਰਦਾਰਾਂ ਨੇ ਹਿੰਦੁਸਤਾਨ ਦੀਆਂ ਬਹੂ ਬੇਟੀਆਂ ਛਡਾਈਆਂ ਸੀਗੀਆਂ ਤੇ ਆਪਣੇ ਖਰਚੇ ਦੇ ਉੱਪਰ ਇਹਨਾਂ ਦੇ ਘਰਾਂ ਦੇ ਵਿੱਚ ਵਾਪਸ ਭੇਜੀਆਂ ਸੀਗੀਆਂ। ਸੋ ਜਦੋਂ ਬਾਬਾ ਦੀਪ ਸਿੰਘ ਜੀ 50-50 ਦੇ ਜਥੇ ਬਣਾ ਕੇ ਨਾਦਰ ਸ਼ਾਹ ਦੁਰਾਨੀ ਦੀ ਫੌਜ ਉੱਤੇ ਹਮਲੇ ਕਰਦੇ ਨੇ ਤਾਂ ਨਾਦਰ ਸ਼ਾਹ ਦੁਰਾਨੀ ਦੀ ਜਿਹੜੀ ਫੌਜ ਆ ਨਸ਼ੇ ਦੇ ਵਿੱਚ ਗੁਲਾਥ ਆ। ਇਸ ਚੀਜ਼ ਦਾ ਫਾਇਦਾ ਵੀ ਸਿੰਘ ਸਰਦਾਰ ਬਹੁਤ ਲੈਂਦੇ ਹੁੰਦੇ ਸੀਗੇ। ਜਦੋਂ ਸਿੰਘਾਂ ਨੇ ਹਮਲਾ ਕਰਨਾ ਇਹਨਾਂ ਨੂੰ ਸਮਝ ਨਾ ਲੱਗਣੀ ਕਿ 50-50 ਦੇ ਜਥੇ ਕੋਈ ਇਧਰਲੇ ਪਾਸਿਓਂ ਆਉਣਾ, ਕੋਈ ਖੱਬੇ ਪਾਸਿਓਂ ਆਉਣਾ, ਕੋਈ ਸੱਜੇ ਪਾਸਿਓਂ ਆ ਜਾਣਾ, ਕੋਈ ਪਿੱਛੋਂ ਦੀ ਆ ਜਾਣਾ, ਕੋਈ ਫਰੰਟ ਤੋਂ ਆ ਜਾਣਾ। ਸੋ ਜਦੋਂ ਇਦਾਂ ਹਮਲੇ ਹੋਣੇ ਤਾਂ ਨਾਦਰ ਸ਼ਾਹ ਦੁਰਾਨੀ ਦੀਆਂ ਫੌਜਾਂ ਨੂੰ ਪਤਾ ਨਾ ਲੱਗਣਾ ਕਿ ਹਮਲਾ ਹੋ ਕਿਹੜੇ ਪਾਸਿਓਂ ਰਿਹਾ ਆ। ਸੋ ਇਸ ਹਮਲੇ ਨੂੰ ਰੋਕਣਾ ਨਾਦਰ ਸ਼ਾਹ ਦੁਰਾਨੀ ਦੀਆਂ ਫੌਜਾਂ ਵਾਸਤੇ ਬਹੁਤ ਔਖਾ ਹੋ ਜਾਂਦਾ ਸੀਗਾ। ਤਾਂ ਉਸ ਟਾਈਮ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਜਥੇ ਸੀਗੇ ਉਹਨਾਂ ਨੇ ਵੱਧ ਤੋਂ ਵੱਧ ਹਿੰਦੁਸਤਾਨ ਦੀਆਂ ਬਹੂ ਬੇਟੀਆਂ ਛਡਾਈਆਂ, ਤਾਂ ਵੱਧ ਤੋਂ ਵੱਧ ਹਿੰਦੁਸਤਾਨ ਦਾ ਜਿਹੜਾ ਖਜ਼ਾਨਾ ਸੀਗਾ ਨਾਦਰ ਸ਼ਾਹ ਦੁਰਾਨੀ ਵੱਲੋਂ ਲੁੱਟਿਆ ਗਿਆ ਉਹ ਛਡਾਇਆ। ਤਾਂ ਇਹ ਜਦੋਂ ਸਾਰਾ ਕੁਝ ਰਾਤ ਨੂੰ ਵਾਪਰਨਾ ਤਾਂ ਨਾਦਰ ਸ਼ਾਹ ਦੁਰਾਨੀ ਬੜਾ ਪਰੇਸ਼ਾਨ ਹੋਇਆ। ਤਾਂ ਨਾਦਰ ਸ਼ਾਹ ਦੁਰਾਨੀ ਜਦੋਂ ਲਾਹੌਰ ਪਹੁੰਚਦਾ ਹੈ ਤਾਂ ਲਾਹੌਰ ਪਹੁੰਚਣ ਤੋਂ ਬਾਅਦ ਜ਼ਕਰੀਆ ਖਾਨ ਨੂੰ ਆਪਣੇ ਕੋਲ ਸੱਦ ਕੇ ਪੁੱਛਦਾ ਹੈ। ਤਾਂ ਜ਼ਕਰੀਆ ਖਾਨ ਨੂੰ ਪੁੱਛਦਾ ਹੈ, ਜ਼ਕਰੀਆ ਖਾਨ
ਇਹ ਕਿਹੜੇ ਲੋਕ ਨੇ? ਮੇਰੀ ਸ਼ਮਸ਼ੀਰ ਦੇ ਸਾਹਮਣੇ ਅੱਜ ਤੱਕ ਕੋਈ ਖੜ ਨਹੀਂ ਸਕਿਆ। ਮੈਂ ਜਦੋਂ ਅਫਗਾਨਿਸਤਾਨ ਤੋਂ ਈਰਾਨ ਤੋਂ ਤੁਰਦਾ ਸੀਗਾ ਤੇ ਉਸ ਤੋਂ ਲੈ ਕੇ ਦਿੱਲੀ ਤੱਕ ਮੇਰੇ ਸਾਹਮਣੇ ਕੋਈ ਖੜ ਨਹੀਂ ਸਕਿਆ। ਤਾਂ ਇਹ ਕੌਣ ਲੋਕ ਨੇ ਜਿਹੜੇ ਮੁੱਠੀ ਭਰ ਲੋਕ ਆਣ ਕੇ ਮੇਰੀ ਫੌਜ ਦਾ ਤਹਿਸ ਨਹਿਸ ਕਰ ਜਾਂਦੇ ਸੀਗੇ, ਨੁਕਸਾਨ ਕਰ ਜਾਂਦੇ ਸੀਗੇ, ਤੇ ਨਾਲੇ ਮੇਰਾ ਲੁੱਟ ਖਸੁੱਟ ਕਰਕੇ ਲਿਆਂਦਾ ਹੋਇਆ ਮਾਲ ਵੀ ਲੁੱਟ ਕੇ ਲੈ ਜਾਂਦੇ ਸੀ। ਤਾਂ ਜ਼ਕਰੀਆ ਖਾਨ ਕਹਿੰਦਾ ਇਹ ਸਿੰਘ ਨੇ, ਇਹ ਸਰਦਾਰ ਨੇ। ਤਾਂ ਨਾਦਰ ਸ਼ਾਹ ਦੁਰਾਨੀ ਪੁੱਛਦਾ ਹੈ, ਕਹਿੰਦਾ ਜੇ ਇਹ ਸਿੰਘ ਸਰਦਾਰ ਨੇ, ਮੈਨੂੰ ਇੱਕ ਗੱਲ ਦੱਸ ਕਿ ਇਹ ਰਹਿੰਦੇ ਕਿੱਥੇ ਨੇ, ਇਹ ਮਿਲਣਗੇ ਕਿੱਥੇ ਮੈਨੂੰ? ਜੇ ਕਿਤੇ ਮੈਨੂੰ ਤੂੰ ਇਹਨਾਂ ਦਾ ਥਾਂ ਟਿਕਾਣਾ ਦੱਸ ਦੇ, ਮੈਂ ਇਹਨਾਂ ਦੀ ਧੂੜ ਤੱਕ ਉਡਾ ਕੇ ਰੱਖ ਦਿਆਂਗਾ। ਤਾਂ ਜ਼ਕਰੀਆ ਖਾਨ ਕਹਿੰਦਾ ਇਹਨਾਂ ਦਾ ਰਹਿਣ ਬਸੇਰਾ ਜਿਹੜਾ ਆ ਉਹ ਸ਼ਾਹੇ ਆਲਮ, ਉਹ ਇਹ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਹੀ ਸੌਂਦੇ ਨੇ, ਤੇ ਜੰਗਲਾਂ ਦੇ ਵਿੱਚੋਂ ਆਉਂਦੇ ਨੇ ਤੇ ਜੰਗਲਾਂ 'ਚ ਹੀ ਵਾਪਸ ਚਲੇ ਜਾਂਦੇ ਨੇ। ਮੈਂ ਖੁਦ ਬੜਾ ਪਰੇਸ਼ਾਨ ਆ ਇਹਨਾਂ ਤੋਂ। ਤਾਂ ਨਾਦਰ ਸ਼ਾਹ ਦੁਰਾਨੀ ਕਹਿੰਦਾ ਮੈਨੂੰ ਇੱਕ ਵਾਰੀ ਇਹ ਦੱਸ, ਇਹਨਾਂ ਦਾ ਬਲੀ ਗੁਰੂ ਕੌਣ ਹੈ, ਇਹ ਕਿਹੜੇ ਪੰਥ ਤੋਂ ਆਏ ਨੇ? ਤਾਂ ਜ਼ਕਰੀਆ ਖਾਨ ਕਹਿੰਦਾ ਇਹਨਾਂ ਦਾ ਬਲੀ ਗੁਰੂ ਗੁਰੂ ਨਾਨਕ ਹੈ, ਤੇ ਉੱਥੋਂ ਹੀ ਇਹਨਾਂ ਦਾ ਇੱਕ ਪੰਥ ਚੱਲਿਆ ਹੋਏ, ਤੇ ਇਹਨਾਂ ਦੇ 3 ਸਿਧਾਂਤ ਨੇ, ਜਿਹੜੇ 3 ਸਿਧਾਂਤਾਂ ਬਦਲੇ ਇਹ ਜਿਉਂਦੇ ਨੇ ਤੇ 3 ਸਿਧਾਂਤਾਂ ਬਦਲੇ ਮਰਦੇ ਨੇ। ਤਾਂ ਜ਼ਕਰੀਆ ਖਾਨ ਨੂੰ ਨਾਦਰ ਸ਼ਾਹ ਪੁੱਛਦਾ ਹੈ ਜਿਹੜਾ ਮੈਨੂੰ ਖੁੱਲ੍ਹ ਕੇ ਦੱਸ ਉਹ 3 ਸਿਧਾਂਤਾਂ ਬਾਰੇ। ਤਾਂ ਜ਼ਕਰੀਆ ਖਾਨ ਦੱਸਦਾ ਹੈ ਇੱਕ ਤਾਂ ਇਹਨਾਂ ਦੇ ਕੋਲ ਇੱਕ ਗ੍ਰੰਥ ਹੈ, ਸਾਰਾ ਦਿਨ ਉਸ ਤੋਂ ਬਾਣੀ ਪੜ੍ਹਦੇ ਨੇ, ਪਤਾ ਨਹੀਂ ਕਿੱਥੋਂ ਇਹਨਾਂ ਨੂੰ ਰੂਹਾਨੀ ਤਾਕਤ ਮਿਲਦੀ ਏ। ਉਸ ਰੂਹਾਨੀ ਤਾਕਤ ਦਾ ਸਦਕਾ ਇਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ। ਤਾਂ ਜ਼ਕਰੀਆ ਖਾਨ ਨੂੰ ਨਾਦਰ ਸ਼ਾਹ ਪੁੱਛਦਾ ਹੈ ਅੱਛਾ ਤਾਂ ਦੂਜੀ ਗੱਲ ਦੱਸ। ਕਹਿੰਦਾ ਇੱਕ ਇਹਨਾਂ ਦਾ ਗੁਰੂ ਇਹਨਾਂ ਨੂੰ ਇੱਕ ਅਯਾਬੇ ਹਯਾਤ ਪਿਆ ਗਿਆ ਹੈ। ਕਹਿੰਦਾ ਅਯਾਬੇ ਹਯਾਤ ਕੀ? ਕਹਿੰਦਾ ਮੁਰਸ਼ਿਦ ਇਨਕਾ ਵਲੀ भयो ਹੈ, ਇਨਕੋ ਅਯਾਬੇ ਹਯਾਤ ਦਿਓ ਹੈ, ਅੰਮ੍ਰਿਤਸਰ ਇੱਕ ਸਰ ਭਰਿਓ ਹੈ। ਕਹਿੰਦਾ ਉਹ ਇਹਨਾਂ ਨੂੰ ਇੱਕ ਅਯਾਬੇ ਹਯਾਤ ਦੇ ਗਿਆ ਹੈ। ਕਹਿੰਦਾ ਮੁਰਦੇ ਬੰਦਿਆਂ ਦੇ ਵਿੱਚ ਵੀ ਜਦੋਂ ਬੂੰਦਾਂ ਪੈ ਜਾਂਦੀਆਂ ਨੇ 4, ਤੇ ਉਹ ਮੁਰਦੇ ਵੀ ਸ਼ਮਸ਼ੀਰ ਫੜ ਕੇ ਲੜਨ ਲਈ ਤਿਆਰ ਹੋ ਜਾਂਦੇ ਨੇ। ਇੱਕ ਉਰਦੂ ਦਾ ਸ਼ਾਇਰ ਲਿਖਦਾ ਹੈ, ਕਹਿੰਦਾ ਇੱਕ ਕਤਰਾ ਵੀ किसी के हल्क में उतर जाए, वो मुर्दा भी शमशीर पकड़ के रण में उतर जाए। एक कतरा भी किसी की आंख में उतर जाए, क्या जरूरत है मौत की कि आंख में आंख मिला जाए। तो ਜਦੋਂ ਜ਼ਕਰੀਆ ਖਾਨ ਉਹਨੂੰ ਅਯਾਬੇ ਹਯਾਤ ਬਾਰੇ ਦੱਸਦਾ ਹੈ, ਕਹਿੰਦਾ ਤੀਜੀ ਗੱਲ ਦੱਸ ਹੁਣ ਮੈਨੂੰ। ਆਂਦਾ ਤੀਜੀ ਗੱਲ ਇਹ ਹੈ ਕਿ ਇਹਨਾਂ ਦਾ ਹਰਮੰਦਰ ਸਾਹਿਬ ਜਿਹੜਾ ਹੈ, ਉੱਥੇ ਜਿਹੜਾ ਸਰੋਵਰ ਹੈ, ਇਹ ਬੰਦੇ ਕਿੰਨੇ ਵੀ ਲਾਚਾਰ, ਕਿੰਨੇ ਵੀ ਜ਼ਿਆਦਾ ਕਮਜ਼ੋਰ ਹੋਣ, ਇੱਕ ਵਾਰੀ ਜਦੋਂ ਆਣ ਕੇ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਕੇ ਉਸ ਹਰਮੰਦਰ ਸਾਹਿਬ ਤੋਂ ਗੁਰਬਾਣੀ ਸੁਣ ਲੈਂਦੇ ਨੇ, ਤੇ ਇਹ ਬੰਦੇ ਹਮੇ ਉਦੋਂ ਹੀ ਚੜ੍ਹਦੀ ਕਲਾ ਦੇ ਵਿੱਚ, ਚੜ੍ਹਦੀ ਕਲਾ ਦੇ ਗੀਤ ਗਾਉਣ ਲੱਗ ਜਾਂਦੇ ਨੇ, ਆਪਣੀ ਆਜ਼ਾਦੀ ਦੇ ਗੀਤ ਗਾਉਣ ਲੱਗ ਜਾਂਦੇ ਨੇ। ਤਾਂ ਕਹਿੰਦਾ ਹੋਰ, ਤਾਂ ਜ਼ਕਰੀਆ ਖਾਨ ਕਹਿੰਦਾ ਇੱਕ ਖੂਬੀ ਹੋਰ ਬਹੁਤ ਵੱਡੀ ਇਹਨਾਂ ਦੇ ਵਿੱਚ ਸ਼ਾਹੇ ਆਲਮ। ਕਹਿੰਦਾ ਉਹ ਖੂਬੀ ਇਹ ਹੈ ਕਿ ਜਦੋਂ ਕਿਤੇ ਇਹਨਾਂ ਨੇ ਕੁਛ ਛਕਣਾ ਛਕਾਉਣਾ ਹੁੰਦਾ ਹੈ ਤੇ ਇੱਕੇ ਪੰਗਤ ਦੇ ਵਿੱਚ ਬੈਠਦੇ ਨੇ। ਉਸ ਪੰਗਤ ਦੇ ਵਿੱਚ ਸਰਦਾਰ ਵੀ ਇੱਕੇ ਥਾਂ ਤੇ ਹੁੰਦੇ ਨੇ, ਇਹਨਾਂ ਦੇ ਸੈਨਿਕ ਵੀ ਇੱਕੇ ਥਾਂ ਤੇ ਹੁੰਦੇ ਨੇ, ਇਹਨਾਂ ਦੀਆਂ ਫੌਜਾਂ ਵੀ ਇੱਕੇ ਥਾਂ ਤੇ ਹੁੰਦੀਆਂ ਨੇ। ਉੱਥੇ ਮੇਰ ਤੇਰ ਜਾਤ ਪਾਤ ਕਿਸੇ ਚੀਜ਼ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਕਹਿੰਦਾ ਅੱਛਾ, ਕਹਿੰਦਾ ਜੇ ਕਿਤੇ ਇਹਨਾਂ ਦੇ ਕੋਲ ਦੁਸ਼ਮਣ ਚਲਾ ਜਾਵੇ ਫਿਰ ਵੀ ਉਹਨੂੰ ਛਕਾਉਂਦੇ ਨੇ। ਤਾਂ ਜ਼ਕਰੀਆ ਖਾਨ ਕਹਿੰਦਾ ਹਾਂ, ਇਹਨਾਂ ਦੇ ਕੋਲ ਦੁਸ਼ਮਣ ਵੀ ਚਲਾ ਜਾਵੇ ਤੇ ਦੁਸ਼ਮਣ ਨੂੰ ਵੀ ਇਹ ਉਂਝ ਹੀ ਪ੍ਰਸ਼ਾਦਾ ਛਕਾਉਂਦੇ ਨੇ, ਜਿਵੇਂ ਆਪਣੇ ਸਰਦਾਰ ਨੂੰ, ਜਿਵੇਂ ਆਪਣੇ ਦੋਸਤ ਨੂੰ, ਜਿਵੇਂ ਆਪਣੇ ਮਿੱਤਰ ਨੂੰ ਛਕਾਉਂਦੇ ਨੇ। ਤਾਂ ਨਾਦਰ ਸ਼ਾਹ ਕਹਿੰਦਾ ਹੈ ਜ਼ਕਰੀਆ ਖਾਨ ਜੇ ਇਹ ਇੰਨੇ ਗੁਣਾਂ ਦੇ ਮਾਲਕ ਨੇ, ਤੇ ਮੈਂ ਤੈਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਆ ਕਿ ਇਹਨਾਂ ਦੀਆਂ ਗੱਲਾਂ 'ਚੋਂ ਮੈਨੂੰ ਬਾਦਸ਼ਾਹੀ ਦੀ ਬੋ ਆ ਰਹੀ ਏ। ਆਉਣ ਵਾਲਾ ਸਮਾਂ ਜਿਹੜਾ ਆ ਉਹ ਇਹਨਾਂ ਦੇ ਅਧੀਨ ਹੋਊਗਾ, ਤੇ ਰਾਜ ਜਿਹੜਾ ਪੰਜਾਬ ਤੇ ਉਹ ਇਹ ਸਿੰਘ ਸਰਦਾਰ ਕਰਨਗੇ। ਤਾਂ ਜ਼ਕਰੀਆ ਖਾਨ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਤੈਨੂੰ ਗੁਲਾਮੀ ਇਹਨਾਂ ਦੀ ਕਰਨੀ ਪੈ ਜਾਵੇ। ਤਾਂ ਨਾਦਰ ਸ਼ਾਹ ਦੁਰਾਨੀ ਉਸ ਤੋਂ ਬਾਅਦ ਲਾਹੌਰ ਤੋਂ ਈਰਾਨ ਨੂੰ ਚਲਾ ਜਾਂਦਾ ਹੈ, ਤੇ ਲੁੱਟ ਖਸੁੱਟ ਫਿਰ ਵੀ ਉਹ ਬਹੁਤ ਕਰਕੇ ਲੈ ਜਾਂਦਾ ਹੈ। ਜਿਹੜੀ ਲੁੱਟ ਖਸੁੱਟ ਉਹਨੇ ਕੀਤੀ ਹੋਈ ਆ, ਉੱਥੋਂ ਇਹ ਪਤਾ ਲੱਗਦਾ ਹੈ ਨਾਦਰ ਸ਼ਾਹ ਦੁਰਾਨੀ ਨੂੰ ਕਈ ਚਿਰ ਟੈਕਸ ਨਹੀਂ ਸੀ ਭਰਿਆ, ਕਿਉਂਕਿ ਨਾਦਰ ਸ਼ਾਹ ਦੁਰਾਨੀ ਨੇ ਲੁੱਟ ਹੀ ਬਹੁਤ ਜ਼ਿਆਦੀ, ਖਜ਼ਾਨਾ ਹੀ ਬਹੁਤ ਜ਼ਿਆਦਾ ਇਕੱਠਾ ਕਰ ਲਿਆ ਸੀਗਾ। ਸੋ ਉਸ ਤੋਂ ਬਾਅਦ ਨਾਦਰ ਸ਼ਾਹ ਦੁਰਾਨੀ ਕਦੀ ਪੰਜਾਬ, ਹਿੰਦੁਸਤਾਨ ਵਾਪਸ ਨਹੀਂ ਮੁੜਿਆ। ਹਿੰਦੁਸਤਾਨ ਦੇ ਵਿੱਚ ਜਦੋਂ ਨਾਦਰ ਸ਼ਾਹ ਦੁਰਾਨੀ ਆਇਆ ਸੀਗਾ, ਉਹਦੇ ਨਾਲ ਅਹਿਮਦ ਸ਼ਾਹ ਅਬਦਾਲੀ ਵੀ ਸੈਨਿਕ ਬਣ ਕੇ ਆਇਆ ਸੀਗਾ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਜ਼ਰੂਰ ਹਮਲੇ ਕਰਦਾ ਆ, ਉਸ ਦੇ ਹਮਲਿਆਂ ਦਾ ਜ਼ਿਕਰ ਆਪਾਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।